ਨਮਸਕਾਰ, ਮੈਂ ਹਾਂ ਸ਼ਮੀ ਡਾਵਰਾ ਤੇ ਤੁਸੀਂ ਦੇਖ ਰਹੇ ਹੋ SDTV ਪ੍ਰਾਈਮ। ਦੋਸਤੋ, SDTV ਪ੍ਰਾਈਮ ਤੇ ਬਾਤ ਮੁਲਾਕਾਤ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਹਲਕਾ ਅਨੰਦਪੁਰ ਸਾਹਿਬ ਦੇ ਇੱਕ ਐਸੇ ਸ਼ਖਸ ਦੇ ਨਾਲ ਜਿਸ ਨੇ ਕਈ ਮੁਸ਼ਕਲਾਂ ਝੱਲੀਆਂ, ਆਪਣੇ ਪਿੰਡੇ ਤੇ ਹੰਡਾਈਆਂ, ਲੇਕਿਨ ਇਸ ਦੇ ਬਾਵਜੂਦ ਉਹ ਹਿੱਕ ਤਾਣ ਕੇ ਖੜਾ ਰਿਹਾ। ਮੁਸ਼ਕਲਾਂ ਵੈਸੇ ਤਾਂ ਹਰੇਕ ਦੇ ਉੱਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਲੇਕਿਨ ਜਿਹੜੀਆਂ ਮੁਸ਼ਕਲਾਂ ਇਹਨਾਂ ਤੇ ਆਈਆਂ ਉਹ ਆਈਆਂ ਮਾਈਨਿੰਗ ਦੇ ਵਿਰੁੱਧ ਬੋਲਣ ਕਰਕੇ, ਜੋ ਇਸ ਹਲਕੇ ਦੇ ਵਿੱਚ ਨਜਾਇਜ਼ ਰੂਪ ਦੇ ਵਿੱਚ ਕੀਤੀ ਜਾਂਦੀ ਸੀ। ਤੇ ਪਿਛਲੇ ਦਿਨੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਹੀ ਮਾਈਨਿੰਗ ਦੇ ਵਿਰੁੱਧ ਇੱਕ ਵਾਰ ਫਿਰ ਬਹੁਤ ਵੱਡਾ ਵਿਗਲ ਬਚਾ ਕੇ ਇਹਨਾਂ ਨੇ ਹਲਕੇ ਨੂੰ ਇਕੱਠਾ ਕਰਕੇ ਆਉਣ ਵਾਲੇ ਸਰਕਾਰ ਦੇ ਕੰਨਾਂ ਦੇ ਵਿੱਚ ਜਾਂ ਮੌਜੂਦਾ ਸਰਕਾਰ ਦੇ ਕੰਨਾਂ 'ਚ ਇੱਕ ਵਾਰ ਫਿਰ ਇਹ ਲਿਆ ਦਿੱਤਾ ਹੈ ਕਿ ਅਗਰ ਮਾਈਨਿੰਗ ਬੰਦ ਨਾ ਹੋਈ, ਅਗਰ ਗੁੰਡਾ ਪਰਚੀ ਬੰਦ ਨਾ ਹੋਈ, ਤਾਂ ਫਿਰ ਹੁਣ ਦੁਬਾਰਾ ਜਾਂ ਫਿਰ ਇੱਕ ਵਾਰ ਫਿਰ ਇਸ ਹਲਕੇ ਤੋਂ MLA ਦਾ ਸੁਪਨਾ ਲੈਣਾ ਕਿਸੇ ਦੇ ਲਈ ਵੀ ਅਸੰਭਵ ਹੋ ਜਾਏਗਾ। ਤੇ ਉਹ ਸ਼ਖਸੀਅਤ ਹੈ ਸਤਬੀਰ ਸਿੰਘ ਚੰਦੇਲ। ਸਭ ਤੋਂ ਪਹਿਲਾਂ ਚੰਦੇਲ ਸਾਹਿਬ, ਤੁਹਾਡਾ ਸਵਾਗਤ ਹੈ। ਨਮਸਕਾਰ ਦੋਸਤੋ, SDTV ਪ੍ਰਾਈਮ ਦੇ ਸਾਰੇ ਸਰੋਤਾਵਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ 2022 ਨਵਾਂ ਸਾਲ ਆਇਆ ਹੈ। ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ। ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਸਾਡੇ ਪੰਜਾਬ ਦੀ ਖੁਸ਼ਹਾਲੀ ਇਸ ਸਾਲ ਦੇ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। Himachal Institute of Dental Sciences, Paonta Sahib, near Dehradun, Himachal Pradesh. Opening the doors for you. Come on in. It's an entrance to an exception. Excellent infrastructure, sprawling lawns, classrooms fitted with the latest teaching gadgets, fully air-conditioned library packed with the latest books and journals, fully operational laboratories, learning patient treatment skills, getting hands-on experience, energetic coaching and personalized attention. You could have not asked for better. The motivation you need and the support you deserve. 24 hours security and off-site surveillance too. Academic excellence and accomplished administration. We lay strong foundation for a successful future, as your success is our passion. Experience the excellence and the fun time, cause we believe play is as natural as breathing and as necessary. An ultimate choice for the students. Your search ends here. ਦੋਸਤੋ, ਇਸ ਤੋਂ ਪਹਿਲਾਂ ਕਿ ਅਸੀਂ ਚੰਦੇਲ ਸਾਹਿਬ ਨਾਲ ਗੱਲਬਾਤ ਸ਼ੁਰੂ ਕਰੀਏ, ਵੈਸੇ ਤਾਂ ਅਸੀਂ ਬਹੁਤ ਵਾਰ ਆਪਣੇ ਇਸ ਮੰਚ ਤੋਂ ਅਨੰਦਪੁਰ ਸਾਹਿਬ ਹਲਕੇ ਵਿੱਚ ਹੋ ਰਹੀ ਮਾਈਨਿੰਗ ਦੇ ਲਈ ਆਵਾਜ਼ ਬੁਲੰਦ ਕਰਦੇ ਰਹੇ ਹਾਂ। ਬਹੁਤ ਸਾਰੇ ਸਾਥੀਆਂ ਨੇ, ਸਹਿਯੋਗੀਆਂ ਨੇ, ਬਹੁਤ ਸਾਰੇ ਲੋਕਾਂ ਨੇ ਸਾਡਾ ਸਹਿਯੋਗ ਵੀ ਦਿੱਤਾ। ਉਸ ਆਵਾਜ਼ ਨੂੰ ਅਸੀਂ ਸਰਕਾਰੀ ਦਰਬਾਰ ਤੱਕ ਵੀ ਪਹੁੰਚਾਇਆ, ਲੇਕਿਨ ਹੋਇਆ ਕੁਛ ਨਹੀਂ। ਕਿਉਂਕਿ ਜਦੋਂ ਕਹਿੰਦੇ ਨੇ ਕੁੱਤਾ ਹੀ ਵਾੜ ਨਾਲ ਮਿਲਿਆ ਹੋਵੇ ਤਾਂ ਬਹੁਤ ਕੁਛ ਬਦਲਿਆ ਨਹੀਂ ਜਾ ਸਕਦਾ। ਅਸੀਂ ਬਦਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਿਉਂਕਿ ਹੁਣ ਚੋਣਾਂ ਨਜ਼ਦੀਕ ਆ ਰਹੀਆਂ ਤੇ ਹਲਕਾ ਜਾਗਰੂਕ ਹੋਇਆ ਤੇ ਜਾਗਰੂਕ ਕਰਨ ਦੇ ਵਿੱਚ ਚੰਦੇਲ ਸਾਹਿਬ ਦਾ ਬੜਾ ਵੱਡਾ ਯੋਗਦਾਨ ਰਿਹਾ। ਕਿਸ ਤਰ੍ਹਾਂ ਹੋਇਆ, ਕੱਲ ਪੂਰਾ ਮਾਜਰਾ, ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਹਾਂ।
ਸੋ ਦੋਸਤੋ, ਇਹ ਸੀ ਕੱਲ ਜੋ ਅਗੰਮਪੁਰ ਦੇ ਵਿੱਚ ਗੜਸ਼ੰਕਰ ਰੋਡ ਦੇ ਉੱਤੇ ਹਲਕੇ ਦੇ ਲੋਕਾਂ ਨੇ ਜਾਮ ਲਗਾ ਕੇ, ਧਰਨਾ ਦੇ ਕੇ ਤੇ ਆਪਣੀ ਆਵਾਜ਼ ਨੂੰ ਸਰਕਾਰੀ ਦਰਬਾਰ ਪਹੁੰਚਾ ਕੇ ਇਹ ਦੱਸਣ ਦਾ ਯਤਨ ਕੀਤਾ ਕਿ ਹੁਣ ਗੁੰਡਾ ਪਰਚੀ ਇੱਥੇ ਨਹੀਂ ਚੱਲੇਗੀ। ਜਾਇਜ਼ ਮਾਈਨਿੰਗ ਕਰਨੀ ਹੈ ਜਿੰਨੀ ਮਰਜ਼ੀ ਕਰੋ, ਨਜਾਇਜ਼ ਦੇ ਨਾਂ ਤੇ ਇੱਕ ਬਕਟ ਵੀ ਹੁਣ ਪੁੱਟਣ ਨਹੀਂ ਦਿੱਤੀ ਜਾਏਗੀ। ਬਹੁਤ ਵਧੀਆ ਗੱਲ ਹੈ, ਦੇਰ ਆਇਦ ਦਰੁਸਤ ਆਇਦ ਦੀ ਗੱਲ ਹੈ। ਲੇਕਿਨ ਕੱਲ ਤੁਹਾਡੇ ਜੋ ਮਤਲਬ ਹੈ ਆਵਾਜ਼ ਦੇ ਵਿੱਚ ਤੁਹਾਡੇ ਰਾਹੀਂ ਤੁਹਾਡੇ ਜੋ ਯਤਨ ਕੀਤੇ ਨੇ ਉਹਨਾਂ ਰਾਹੀਂ ਜੋ ਕੱਲ ਹੋਇਆ, ਪਹਿਲੇ ਮੈਂ ਉਹ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ। ਬਿਲਕੁਲ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਲਕਾ ਅਨੰਦਪੁਰ ਸਾਹਿਬ ਦੇ ਵਿੱਚ ਕਰੀਬ ਸਾਡੀ ਜਿਹੜੀ ਬੈਲਟ ਹੈ ਉਹ ਕੰਢੀ ਬੈਲਟ ਹੋਣ ਕਰਕੇ ਇੱਥੇ ਪੱਥਰ ਗ੍ਰੈਵਲ ਬਹੁਤ ਜ਼ਿਆਦਾ ਹੈ, ਜਿਸ ਕਾਰਨ ਇਸ ਬੈਲਟ ਦੇ ਵਿੱਚ ਬਹੁਤ ਕ੍ਰੈਸ਼ਰ ਲੱਗੇ ਹੋਏ ਨੇ। ਪੂਰੇ ਰੋਪੜ ਡਿਸਟ੍ਰਿਕਟ ਦੇ ਵਿੱਚ ਕਰੀਬ 270 ਤੋਂ 75 ਕ੍ਰੈਸ਼ਰ ਜੀ। ਤੇ ਜਦੋਂ 270-75 ਇੱਕ ਇੰਡਸਟਰੀ, ਸਮਾਲ ਸਕੇਲ ਇੰਡਸਟਰੀ ਦੇ ਵਿੱਚ ਕ੍ਰੈਸ਼ਰ ਕਵਰ ਹੁੰਦੇ ਆ, ਜਦੋਂ ਇੰਨੇ ਕ੍ਰੈਸ਼ਰ ਲੱਗ ਜਾਂਦੇ ਆ ਤਾਂ ਯਕੀਨਨ ਉਹਦੇ ਵਾਸਤੇ ਇੱਕ ਪਾਲਿਸੀ ਵੀ ਹੁੰਦੀ ਹੈ। ਤੇ ਜੋ ਪੰਜਾਬ ਦੀ ਮਾਈਨਿੰਗ ਪਾਲਿਸੀ ਹੈ, ਜੋ ਕਿ ਪੂਰੇ ਪੰਜਾਬ ਦੇ ਵਿੱਚ ਲਾਗੂ ਹੈ, ਉਹੀ ਰੋਪੜ ਡਿਸਟ੍ਰਿਕਟ 'ਚ ਲਾਗੂ ਹੈ। ਪੰਜਾਬ ਦੀ ਮਾਈਨਿੰਗ ਪਾਲਿਸੀ ਇਹ ਕਹਿੰਦੀ ਹੈ ਕਿ ਅਸੀਂ ਅਲਾਟਮੈਂਟ ਕਰਨੀ ਹੈ, ਖੱਡਾਂ ਦੀ ਡਿਮਾਰਕੇਸ਼ਨ ਕੀਤੀ ਜਾਂਦੀ ਹੈ। ਮਾਈਨਿੰਗ ਡਿਪਾਰਟਮੈਂਟ ਇਸ ਕੰਮ ਨੂੰ ਦੇਖਦਾ ਹੈ ਕਿ ਕਿਸ ਖੱਡ ਦੇ ਵਿੱਚੋਂ ਮਾਈਨਿੰਗ ਹੋ ਸਕਦੀ ਹੈ। ਜਦੋਂ ਉਹ ਖੱਡਾਂ ਡਿਮਾਰਕ ਹੋ ਜਾਂਦੀਆਂ ਨੇ, ਫਿਰ ਉਹਨਾਂ ਦੀ ਆਕਸ਼ਨ ਕੀਤੀ ਜਾਂਦੀ ਹੈ। ਤੇ ਇਸ ਵਾਰ ਦੀ ਜਿਹੜੀ ਆਕਸ਼ਨ ਹੈ, ਮੇਰੇ ਕੋਲ ਪੂਰਾ ਕੰਟਰੈਕਟ ਹੈਗਾ। ਇਹ ਕੰਟਰੈਕਟ 14/1/2020 ਨੂੰ ਸਾਈਨ ਕੀਤਾ ਗਿਆ। ਇਸ ਦੇ ਵਿੱਚ ਇੱਕ ਰਕੇਸ਼ ਚੌਧਰੀ ਨਾਮ ਦਾ ਕੰਟਰੈਕਟਰ ਹੈ, ਉਸ ਨੂੰ ਕੰਟਰੈਕਟ ਦਿੱਤਾ ਗਿਆ। ਉਸ ਨੂੰ ਕਾਫੀ ਖੱਡਾਂ ਅਲਾਟ ਹੋਈਆਂ। ਰੋਪੜ ਡਿਸਟ੍ਰਿਕਟ ਦੇ ਵਿੱਚ 11 ਖੱਡਾਂ ਨੇ ਜੀ, ਬਿਲਕੁਲ ਉਹਨਾਂ ਦੇ ਨਾਮ ਮੈਨੂੰ ਯਾਦ ਨੇ। ਤੇ ਉਹਨਾਂ 11 ਖੱਡਾਂ ਦੇ ਵਿੱਚ ਰਕੇਸ਼ ਚੌਧਰੀ ਨੂੰ ਜੋ ਟਰਮ ਕੰਡੀਸ਼ਨ ਸੈੱਟ ਹੋਏ, ਉਸ ਦੇ ਤਹਿਤ ਉਹਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਖੱਡਾਂ ਦੀ ਡਿਮਾਰਕੇਸ਼ਨ ਕਰਾਓ। ਡਿਮਾਰਕੇਸ਼ਨ ਕਰਨ ਤੋਂ ਬਾਅਦ ਆਪਣਾ ਕੰਡਾ ਲਗਾਓ। ਇਸ ਕੰਡੇ ਦੇ ਉੱਤੇ ਤੁਹਾਡੇ ਕੋਲ ਜੋ ਵੀ ਕ੍ਰੈਸ਼ਰ ਓਨਰ ਅਪਰੋਚ ਕਰਦਾ ਹੈ ਮਟੀਰੀਅਲ ਵਾਸਤੇ, ਤੁਸੀਂ ਉਹਨੂੰ 5.5 ਰੁਪਏ ਫਿੱਟ ਦੇ ਹਿਸਾਬ ਨਾਲ ਮਟੀਰੀਅਲ ਦਿਓ। ਤੇ ਆਪਣਾ ਉਸ ਦੇ ਲਈ GST ਦੀ ਪ੍ਰੋਵੀਜ਼ਨ ਦੇ ਅੰਡਰ ਇਹ ਸਾਰਾ ਸਿਸਟਮ ਆਇਆ ਹੈ, ਜਿਸ ਕਰਕੇ ਤੁਹਾਨੂੰ ਬਿੱਲ ਵੀ ਦੇਣਾ ਪਏਗਾ ਨਾਲ GST ਦਾ। ਬਿਲਕੁਲ। ਲੇਕਿਨ ਹੋਇਆ ਕਿ ਜਦੋਂ ਰਕੇਸ਼ ਚੌਧਰੀ ਨੇ ਇਹ ਕੰਟਰੈਕਟ ਸਾਈਨ ਕਰ ਲਿਆ, এনवायरमेंट ਤੋਂ ਉਹਨੇ ਆਪਣੀਆਂ ਕਲੀਅਰੈਂਸ ਅਪਲਾਈ ਕਰ ਲਈਆਂ, ਉਸਨੇ ਪ੍ਰਸ਼ਾਸਨ ਨਾਲ, ਮੌਕੇ ਦੇ ਹੁਕਮਰਾਨਾਂ ਨਾਲ, ਜੋ ਮੌਕੇ ਦੇ ਹੁਕਮਰਾਨ ਹੈ, ਸਰਕਾਰ ਹੈ, ਉਹਦੇ ਨਾਲ ਮਿਲੀ ਭੁਗਤ ਕੀਤੀ ਕਿ ਮੈਂ ਕੰਡਿਆਂ ਦੇ ਉੱਤੇ ਆਪਣੇ ਖੱਡ ਦੇ ਵਿੱਚ ਕੋਈ ਕੰਡਾ ਨਹੀਂ ਲਗਾਵਾਂਗਾ, ਮੈਂ ਰੋਡ ਦੇ ਉੱਤੇ ਕੰਡਾ ਲਗਾਵਾਂਗਾ। ਮਾਈਨਿੰਗ ਇਹਨਾਂ 11 ਖੱਡਾਂ ਤੋਂ ਬਾਹਰ ਕਿਤੇ ਵੀ ਹੁੰਦੀ ਰਹੇ, ਮੈਂ ਜੋ ਮਾਲ ਤਿਆਰ ਹੋ ਕੇ ਰੋਡ ਤੇ ਆਊਗਾ, ਮੈਂ ਉਸ ਰੋਡ ਦੇ ਉੱਤੇ ਕੰਡਾ ਲਗਾ ਕੇ ਉਸ ਮਾਲ ਤੋਂ ਵਸੂਲੀ ਕਰਾਂ ਜੀ। ਜੋ ਕਿ ਕਾਨੂੰਨ ਦੀਆਂ ਸਿੱਧੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਜੋ ਉਸ ਦਾ ਕੰਟਰੈਕਟ ਹੈ, ਉਸ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਕਿ ਤੂੰ ਤਿਆਰ ਮਾਲ ਦੀ ਗੱਡੀ ਨੂੰ ਕੰਡੇ ਤੇ ਚੜਾ ਕੇ ਤੋਲ ਸਕਦਾ, ਤੂੰ ਆਪਣੇ ਤਿਆਰ ਮਾਲ ਤੇ ਕਿਸੇ ਤੋਂ ਪੈਸੇ ਵਸੂਲ ਕਰ ਸਕਦਾ। ਪਰ ਬੜੇ ਦੁੱਖ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਨੂੰ ਬਹੁਤ ਕੰਪਲੇਂਟਾਂ ਦੇਣ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨ ਤੇ ਜੋ ਤੱਕ ਨਹੀਂ ਸਰਕੀ। ਮੈਂ 10 ਦਿਨ ਪਹਿਲਾਂ ਦੀ ਗੱਲ ਕਰਦਾ ਹਾਂ। ਬਈਹਾਰਾ ਪਿੰਡ ਦੀ ਇੱਕ ਖੱਡ ਹੈ, ਉਹਨੂੰ ਹੁਣ ਡੀਸਿਲਟਿੰਗ ਦੇ ਵਿੱਚ ਪਾਇਆ ਗਿਆ। ਮੈਂ ਉਹਦੇ ਪਿਛੋਕੜ 'ਚ ਜਾਵਾਂ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਪੁਰਾਣੀ ਸਰਕਾਰ ਸੀ, ਉੱਥੇ ਹੋਰ ਠੇਕੇਦਾਰ ਸੀ। ਠੇਕੇਦਾਰਾਂ ਦਾ ਨਾਮ ਮੇਰੇ ਧਿਆਨ 'ਚ ਨਹੀਂ ਹੈ, ਲੇਕਿਨ ਇੱਥੇ ਦੇ ਇੱਕ ਸਥਾਨੀ ਵਕੀਲ ਨੇ ਕੇਸ ਕੀਤਾ ਸੀ NGT ਦੇ ਵਿੱਚ। ਤੇ NGT ਦੀ ਇੱਕ ਟੀਮ ਨੇ ਮੌਕਾ ਦੇਖਿਆ। ਮੌਕਾ ਦੇਖਣ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਬਹੁਤ ਜ਼ਿਆਦਾ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ। ਜਿੱਥੇ 3 ਫੁੱਟ ਦੀ ਪਰਮਿਸ਼ਨ ਹੈ, ਉੱਥੇ 35 ਫੁੱਟ ਤੱਕ ਖੋਦਿਆ ਗਿਆ। ਤੇ NGT ਦੀ ਉਸ ਟੀਮ ਨੇ ਇੱਕ ਰਿਪੋਰਟ ਤਿਆਰ ਕੀਤੀ। ਉਸ ਰਿਪੋਰਟ ਦੇ ਆਧਾਰ ਤੇ ਇਸ ਉੱਚ ਨਿਆਲਿਆਂ ਨੇ, NGT ਟ੍ਰਿਬਿਊਨਲ ਨੇ 1200 ਕਰੋੜ ਰੁਪਏ ਦਾ ਜੁਰਮਾਨਾ ਇਹਨਾਂ ਕੰਟਰੈਕਟਰਸ ਨੂੰ ਲਗਾਇਆ ਤੇ ਸਰਕਾਰ ਨੂੰ ਹਦਾਇਤ ਕੀਤੀ ਕਿ ਇਹਨਾਂ ਤੋਂ ਇਹ 1200 ਕਰੋੜ ਰੁਪਇਆ ਵਸੂਲ ਕੀਤਾ ਜਾਵੇ, ਖਜ਼ਾਨੇ 'ਚ ਜਮ੍ਹਾਂ ਕੀਤਾ ਜਾਵੇ, ਨਹੀਂ ਪਰਿਆਵਰਣ ਦਾ ਨੁਕਸਾਨ ਕੀਤਾ। ਬਿਲਕੁਲ। ਲੇਕਿਨ ਉਸ ਹਰਜਾਨੇ ਨੂੰ ਵਸੂਲ ਕਰਨ ਦੀ ਤਾਂ ਕਿਤੇ ਜ਼ਿਕਰ ਵੀ ਨਹੀਂ ਸੁਣਿਆ ਮੈਂ। ਤੇ ਮੈਨੂੰ ਪਤਾ ਲੱਗਿਆ ਜਦੋਂ ਮੈਂ ਕੰਟਰੈਕਟ ਪੜਿਆ ਕਿ ਦੁਬਾਰਾ ਜਿਸ ਖੱਡ ਦੇ ਵਿੱਚ 35 ਤੋਂ 40 ਫੁੱਟ ਮਾਈਨਿੰਗ ਹੋ ਚੁੱਕੀ ਸੀ ਔਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਚੁੱਕੀਆਂ ਸੀ, ਉਸ ਖੱਡ ਨੂੰ ਦੁਬਾਰਾ ਡੀਸਿਲਟਿੰਗ 'ਚ ਪਾ ਦਿੱਤਾ ਗਿਆ। ਤੇ ਡੀਸਿਲਟਿੰਗ 'ਚ ਪਾਣਾ ਇਹ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਜਿੱਥੇ ਐਡਾ ਵੱਡਾ ਕੇਸ ਚੱਲਿਆ ਹੋਵੇ, 1200 ਕਰੋੜ ਦੀ ਰਿਕਵਰੀ ਹੋਵੇ, ਉਹ ਦੁਬਾਰਾ ਖੱਡ ਮਾਈਨਿੰਗ 'ਚ ਪੈ ਜੇ, ਇਹ ਬਿਲਕੁਲ ਗਲਤ ਹੈ। ਤੁਸੀਂ ਹੁਣ ਜਿਹੜਾ ਕੱਲ ਧਰਨਾ ਦਿੱਤਾ, ਇਹ ਧਰਨਾ ਜਿਹੜੀ ਸੀ ਗੈਰ ਕਾਨੂੰਨੀ ਪਰਚੀ, ਜਿਹਨੂੰ ਗੁੰਡਾ ਪਰਚੀ ਦਾ ਤੁਸੀਂ ਨਾਂ ਦੇ ਰਹੇ ਹੋ, ਇਹਦੇ ਖਿਲਾਫ ਸੀ ਜਾਂ ਜਿਹੜੀ ਕ੍ਰੈਸ਼ਰਸ ਦੇ ਉੱਤੇ ਜਾਂ ਕ੍ਰੈਸ਼ਰਸ ਵਾਲੇ ਨਜਾਇਜ਼ ਮਾਈਨਿੰਗ ਕਰ ਰਹੇ ਹਨ ਉੱਤੇ ਸੀ? ਇਹ ਦੋਨੋਂ ਪਹਿਲੂ ਆਪਸ ਦੇ ਵਿੱਚ ਬੜੇ ਗੂੜੇ ਜੁੜੇ ਹੋਏ ਨੇ। ਮੈਂ ਇਹ ਵੀ ਅੱਜ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਨਜਾਇਜ਼ ਮਾਈਨਿੰਗ ਹੈ ਕੀ ਹੈ। ਜਦੋਂ ਜਿਹੜੀ ਅਪਰੂਵਡ ਖੱਡ ਹੈ, ਅਸੀਂ ਉਸ ਤੋਂ ਬਾਹਰ ਮਾਈਨਿੰਗ ਕਰਾਂਗੇ। ਇੱਕ ਖੱਡ ਦੀ ਆਪਾਂ ਉਦਾਹਰਨ ਲੈ ਲਈਏ, ਖਮੇੜੇ ਦੀ ਇੱਕ ਖੱਡ ਹੈ, ਉਹਦੇ 25 ਕਿੱਲੇ ਹੈ।
ਖਮੇੜੇ ਦੀ ਉਸ ਖੱਡ ਦੇ ਵਿੱਚ ਤਾਂ ਜ਼ਮੀਨ ਬਹੁਤ ਹੈ, ਪਰ ਉਸ 25 ਕਿੱਲਿਆਂ ਦੀ ਡਿਮਾਰਕੇਸ਼ਨ ਤੋਂ ਬਾਹਰ ਜੇ ਅਸੀਂ ਜਾ ਕੇ ਇੱਕ ਬਕਟ ਵੀ ਪੁੱਟਦੇ ਆ ਤੇ ਜਿਹੜੀ ਉਹ 25 ਕਿੱਲਿਆਂ ਦੀ ਡਿਮਾਰਕੇਸ਼ਨ ਤੋਂ ਬਾਹਰ ਪੁੱਟਿਆ ਹੋਇਆ ਮਾਲ ਹੈ ਉਹ ਗੈਰ ਕਾਨੂੰਨੀ ਮਾਈਨਿੰਗ ਹੈ। ਬਿਲਕੁਲ। ਤੇ ਜਦੋਂ ਠੇਕੇਦਾਰ ਆਪਣੀ ਅਪਰੂਵਡ ਖੱਡ ਦੇ ਵਿੱਚ ਜਾਏਗਾ ਹੀ ਨਹੀਂ ਤੇ ਜਿੰਨੀ ਵੀ ਮਾਈਨਿੰਗ ਹੋ ਰਹੀ ਹੈ ਉਹ ਗੈਰ ਕਾਨੂੰਨੀ ਹੈ ਜੀ। ਹੁਣ ਇਹ ਤਾਂ ਡਿਊਟੀ ਪਹਿਲਾਂ ਕੰਟਰੈਕਟਰ ਦੀ ਬਣਦੀ ਹੈ ਕਿ ਉਹ ਪ੍ਰੋਪਰ ਸਾਈਟ ਦੀ ਡਿਮਾਰਕੇਸ਼ਨ ਕਰੇ। ਜਦੋਂ ਉਹ ਖੁਦ ਰੋਡ ਦੇ ਕਿਨਾਰੇ ਤੇ ਬੈਠ ਕੇ ਵਸੂਲੀ ਕਰ ਰਿਹਾ ਹੈ ਤੇ ਕ੍ਰੈਸ਼ਰ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਜਿੱਥੋਂ ਮਰਜ਼ੀ ਮਾਲ ਖੋਦੋ, ਮੈਂ ਤੁਹਾਡੇ ਤੋਂ ਪੈਸੇ ਵਸੂਲ ਕਰਨੇ ਆ, ਇਹ ਸਰਾਸਰ ਲੁੱਟ ਸਰਕਾਰ ਕਰਦੀ ਹੈ। ਕਿਉਂਕਿ 11 ਖੱਡਾਂ, ਰੋਪੜ ਜ਼ਿਲ੍ਹੇ ਦੇ ਵਿੱਚ 100 ਖੱਡ ਹੈ, ਤੁਸੀਂ 11 ਖੱਡਾਂ ਦੀ ਆਕਸ਼ਨ ਕਰਕੇ 11 ਖੱਡਾਂ ਦੇ ਪੈਸੇ ਲੈਂਦੇ ਹੋ ਤੇ ਮਾਈਨਿੰਗ 100 ਖੱਡ 'ਚ ਕਰਦੇ ਹੋ, ਤੇ ਕਿਤੇ ਨਾ ਕਿਤੇ ਤਾਂ ਪ੍ਰਸ਼ਾਸਨ ਔਰ ਸਰਕਾਰ ਮਿਲੀ ਹੋਈ ਹੈ, ਤਾਂ ਹੀ ਕੰਟਰੈਕਟਰ। ਬਿਲਕੁਲ। ਹੁਣ ਇਸੇ ਤੇ ਹੀ ਮੈਂ ਗੱਲ ਕਰਾਂ ਬਈ, ਕੀ ਤੁਸੀਂ ਸਿਰਫ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਜਿਹੜੇ ਕ੍ਰੈਸ਼ਰ ਵਾਲੇ ਹੈਗੇ ਆ ਉਹਨਾਂ ਨੂੰ ਦੋਸ਼ੀ ਮੰਨਦੇ ਹੋ? ਕੀ ਤੁਸੀਂ ਗੁੰਡਾ ਪਰਚੀ ਲੈਣ ਵਾਲਿਆਂ ਨੂੰ ਦੋਸ਼ੀ ਮੰਨਦੇ ਹੋ? ਕੀ ਤੁਸੀਂ ਸਰਕਾਰ ਦੇ ਜਿਹੜੇ ਹੁਕਮਰਾਨ ਨੇ ਜਿਹੜੇ ਮਿਲੇ ਹੋਏ ਨੇ ਜਿਨ੍ਹਾਂ ਤੇ ਤੁਸੀਂ ਦੋਸ਼ ਲਗਾ ਰਹੇ ਹੋ ਉਹਨਾਂ ਨੂੰ ਦੋਸ਼ੀ ਮੰਨਦੇ ਹੋ? ਕੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀ ਮੰਨਦੇ ਹੋ? ਲੇਕਿਨ ਇੱਕ ਮੈਨੂੰ ਦੱਸੋ ਵੀ ਨਾ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਸੇ ਦੀ ਉੱਥੇ ਜ਼ਮੀਨ ਹੋਏਗੀ, ਨਾ ਉੱਥੇ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਆ ਕੇ ਉੱਥੇ ਜ਼ਮੀਨ ਦੇ ਲਈ ਕਹਿੰਦਾ ਹੋਏਗਾ ਵੀ ਤੁਸੀਂ ਇਹ ਜ਼ਮੀਨ ਦੇ ਉੱਤੇ ਮਾਈਨਿੰਗ ਕਰੋ, ਨਾ ਹੀ ਉੱਥੇ ਕਹਿੰਦੇ ਉਹ ਜ਼ਮੀਨ ਤਾਂ ਜਿਹੜਾ ਬੇਸ ਹੈ ਉਹ ਤਾਂ ਕਿਸਾਨਾਂ ਨੇ ਦਿੱਤਾ ਨਾ, ਜਿਹੜੇ ਆਲੇ ਦੁਆਲੇ ਦੇ ਕਿਸਾਨ ਨੇ, ਜ਼ਮੀਨਾਂ ਤਾਂ ਉਹਨਾਂ ਦੀਆਂ ਨੇ, ਉਹਨਾਂ ਤੋਂ ਲਿਖਤ ਦੇ ਵਿੱਚ ਜਦੋਂ ਲੈ ਲਿਆ ਜਾਂਦਾ ਵੀ ਜ਼ਮੀਨ ਜਿਹੜੀ ਹੈਗੀ ਆ ਉਹ ਅਸੀਂ 10-10 ਫੁੱਟ ਪੱਟਾਂਗੇ ਜੋ ਲੀਗਲ ਹੈਗੀ ਹੈ, ਔਰ ਉਸ 10-10 ਫੁੱਟਾਂ ਦਾ ਉਹਨਾਂ ਨੂੰ 25-25 ਲੱਖ ਰੁਪਇਆ ਜਿਹੜਾ ਹੈ ਏਕੜ ਦਾ ਅੱਜ ਦਿੱਤਾ ਜਾ ਰਿਹਾ ਹੈ ਵੀ ਤੁਸੀਂ ਠੇਕੇ ਦੇ ਉੱਤੇ ਦੇ ਦਿਓ, 25 ਲੱਖ ਏਕੜ ਦਿੱਤਾ ਜਾ ਰਿਹਾ ਹੈ, ਤੇ ਉਹ ਪੁੱਟ ਲੈਂਦੇ ਨੇ 100-100 ਫੁੱਟ ਤੱਕ, ਕਿਤੇ ਨਾ ਕਿਤੇ ਲਾਲਚ ਵੀ ਤਾਂ ਉਹ ਅੱਗੇ ਆ ਰਿਹਾ ਨਾ। ਇਸ ਦੇ ਵਿੱਚ ਲਾਲਚ ਵੀ ਇੱਕ ਐਂਗਲ ਤੋਂ ਦੇਖਿਆ ਜਾਵੇ ਤਾਂ ਸਹੀ ਹੋ ਸਕਦਾ ਕਿ ਲਾਲਚ ਵੀ ਹੋ ਸਕਦਾ, ਪਰ ਇਸ ਦੇ ਵਿੱਚ ਜੋ ਮੇਨ, ਮੈਂ ਤਾਂ ਗਰਾਊਂਡ ਲੈਵਲ ਤੇ ਸਾਰੀਆਂ ਗੱਲਾਂ ਨੂੰ ਜਾਣਦਾ ਹੈ, ਮੇਨ ਜਦੋਂ ਤੁਹਾਡੇ ਇੱਕ ਖੇਤ ਦੇ ਨਾਲ ਇੱਕ ਡੂੰਗੀ ਪਟਾਈ ਹੋ ਜਾਂਦੀ ਹੈ ਤੇ ਨਾਲ ਵਾਲੇ ਖੇਤ ਦੀ ਉਹ ਮਜਬੂਰੀ ਬਣ ਜਾਂਦਾ ਹੈ ਕਿਉਂਕਿ ਉੱਥੇ ਨਾ ਤਾਂ ਪਾਣੀ ਪੂਰਾ ਕਰ ਸਕਦਾ ਹੈ ਉਹ, ਕਿਉਂਕਿ ਕਾਫੀ ਡੂੰਘਾ ਚਲੇ ਜਾਂਦਾ, ਔਰ ਆਉਣ ਵਾਲੀ ਬਰਸਾਤ ਦੇ ਵਿੱਚ ਉਸਦੀ ਜ਼ਮੀਨ ਹੜ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਹਰਸੇ ਵੇਲੇ ਦੇ ਵਿੱਚ ਇੱਕ ਘਰ ਦਰਿਆ ਤੋਂ ਕਾਫੀ ਹਟ ਕੇ ਹੁੰਦਾ ਸੀ, ਅਸੀਂ ਦਿਖਾਇਆ, ਅਸੀਂ ਆਪਣੇ ਚੈਨਲ ਤੇ ਵੀ ਦਿਖਾਇਆ, ਪੁਲ ਤੱਕ ਦਿਖਾਇਆ, ਜਿਹੜਾ ਪੁਲ ਉੱਥੇ ਹੈ ਹੀ ਨਹੀਂ ਹੈ, ਹੜ ਚੁੱਕਿਆ ਜਿਹੜਾ ਉੱਥੋਂ। ਜੇ ਤੁਸੀਂ ਉਹ ਦਿਖਾਇਆ ਤਾਂ ਤੁਸੀਂ ਜਾਣ ਗਏ ਹੋ ਕਿ ਉਸ ਬੰਦੇ ਨੂੰ ਆਪਣਾ ਘਰ ਬਚਾਉਣਾ ਮੁਸ਼ਕਿਲ ਹੋ ਗਿਆ। ਜਦੋਂ ਡਾਊਨ ਸਟਰੀਮ ਤੇ ਮਾਈਨਿੰਗ ਹੋਏਗੀ ਤੇ ਉੱਪਰੋਂ ਜਦੋਂ ਨੈਚੁਰਲੀ ਮੌਨਸੂਨ ਸੀਜ਼ਨ ਦੇ ਵਿੱਚ ਪਾਣੀ ਆਉਂਦਾ ਹੈ ਤਾਂ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਹੈ ਉਹ ਮਾਲ ਨੂੰ ਹੜਾ ਕੇ ਲੈ ਜਾਂਦਾ ਤੇ ਕਿਨਾਰੇ ਖੁਰਦੇ ਨੇ, ਤੇ ਉਸ ਸਮੇਂ ਕਿਸਾਨ ਸੋਚਦਾ ਹੈ ਵੀ ਇਹ ਹੜ ਕੇ ਕਿਸੇ ਹੋਰ ਦੇ ਖੇਤ 'ਚ ਪੈ ਜਾਣ ਤੋਂ ਚੰਗਾ ਹੈ ਕਿ ਜਿਸ ਭਾਅ ਵਿਕਦੀ ਹੈ ਹੱਥ ਜੋੜ ਕੇ ਕਿਸਾਨ ਵੇਚ ਰਿਹਾ। ਕਿਸਾਨ ਦੀ ਇਹ ਮਜਬੂਰੀ ਹੈ। ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹੀ, ਮੈਂ ਉਹਦਾ ਵੀ ਜਵਾਬ ਨਾਲ ਹੀ ਦੇ ਦਿੰਦਾ ਹੈ ਕਿ ਤੁਸੀਂ ਕਿਹਾ ਕਿ ਇਸ ਦੇ ਵਿੱਚ ਕੌਣ ਜ਼ਿੰਮੇਵਾਰ ਹੈ, ਤੇ ਮੈਂ ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਹ ਜ਼ਿੰਮੇਵਾਰ ਹੈ। ਸਰਕਾਰ ਆਪਣੀ ਚੋਰੀ ਲਈ, ਆਪਣੀਆਂ ਜੇਬਾਂ ਭਰਨ ਦੇ ਲਈ ਇਹਨਾਂ ਠੇਕੇਦਾਰਾਂ ਨੂੰ 11 ਖੱਡਾਂ ਹੀ ਦਿੰਦੀ ਹੈ। ਜਦੋਂ 100 ਖੱਡ ਦੇ ਹੁੰਦੇ ਹੋਏ ਤੁਸੀਂ 11 ਦਿੰਦੇ ਹੋ, ਤੁਸੀਂ 11 ਖੱਡਾਂ 300 ਕਰੋੜ 'ਚ ਵੇਚੀਆਂ ਤਾਂ ਤੁਸੀਂ 100 ਖੱਡ ਕਿੰਨੇ 'ਚ ਵੇਚ ਸਕਦੇ ਹੋ? ਤਾਂ ਉਹ 3000 ਕਰੋੜ ਹੋ ਗਈ। ਬਿਲਕੁਲ। ਲੀਡਰ ਬੜੀਆਂ ਗੱਲਾਂ ਕਰਦੇ ਆ ਕਿ ਅਸੀਂ ਮਾਈਨਿੰਗ ਤੋਂ ਇੰਨੇ ਪੈਸੇ ਕਮਾ ਸਕਦੇ ਆ, ਪਰ ਜੇ ਉਹ 3000 ਕਰੋੜ ਦੀਆਂ ਵੇਚ ਦੇਣ ਤਾਂ ਇਹ ਜਿਹੜਾ ਰਕੇਸ਼ ਚੌਧਰੀ ਵਰਗਾ ਠੇਕੇਦਾਰ ਹੈ ਫਿਰ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ, ਸਰਕਾਰ ਦੇ ਮੌਕੇ ਦੇ ਮੌਜੂਦਾ ਹੁਕਮਰਾਨਾਂ ਨੂੰ ਹੱਥ ਜੋੜੇਗਾ ਕਿ ਮੇਰੇ ਤਾਂ 3000 ਕਰੋੜ ਨਹੀਂ ਪੂਰਾ ਹੋ ਰਿਹਾ, ਮੈਂ ਤੁਹਾਨੂੰ ਕੀ ਦਵਾਂ। ਹੁਣ ਉਹ 300 ਕਰੋੜ ਦਿੰਦਾ ਹੈ, ਮਾਈਨਿੰਗ 100 ਖੱਡਾਂ 'ਚ ਕਰਦਾ ਹੈ ਤੇ ਉਹ 3000 ਕਰੋੜ ਬਣਦਾ ਹੈ ਤੇ ਫਿਰ ਦੋਨੋਂ ਰਲ ਕੇ ਆਪਣਾ ਹਿੱਸਾ ਵੰਡ ਲੈਂਦੇ ਆ। ਉਹਨੂੰ 3000 ਇਕੱਠਾ ਹੋਇਆ, ਮੌਕੇ ਦੇ ਹੁਕਮਰਾਨ ਕਹਿੰਦੇ ਆ ਕਿ ਸਾਡੀ ਸ਼ਹਿ ਤੇ ਤੂੰ 100 ਖੱਡਾਂ 'ਚ ਕੰਮ ਕਰ ਸਕਿਆ, ਤੇ ਆਪਣੇ ਆਪ ਫਿਰ ਦੋਨੋਂ ਇਕੱਠਾ ਕੀਤਾ ਹੋਇਆ ਪੈਸਾ ਅੱਧਾ ਵੰਡ ਲੈਂਦੇ ਆ। ਅੱਧਾ। ਲੇਕਿਨ ਮੈਂ ਇੱਥੇ ਇੱਕ ਹੋਰ ਕਹਿਣਾ ਵੀ ਹਰੇਕ ਕੋਈ ਕਹਾਵਤ ਹੈ ਵੀ ਬਹਿਤੀ ਗੰਗਾ ਮੇਂ ਹਾਥ ਧੋ ਰਹੇ ਹੈ, ਤਾਂ ਇੱਥੇ ਜਿਹੜੀ ਵਹਿ ਰਹੀ ਗੰਗਾ ਦੇ ਵਿੱਚ ਸਾਰੇ ਹੀ ਹੱਥ ਧੋਣਾ ਚਾਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਨਜਾਇਜ਼ ਰੂਪ 'ਚ ਜਿਹੜੇ ਕ੍ਰੈਸ਼ਰ ਵਾਲੇ ਆ ਉਹਨਾਂ ਨੂੰ ਕ੍ਰੈਸ਼ਿੰਗ ਇੰਡਸਟਰੀ ਦੇ ਤੌਰ ਤੇ ਕ੍ਰੈਸ਼ਰ ਲਗਾਏ ਆ, ਔਰ ਇਹ ਵੀ ਆਇਆ ਵੀ ਤੁਹਾਡੇ ਵੀ ਕ੍ਰੈਸ਼ਰ ਹੈਗੇ ਆ, ਵੀ ਕਿਤੇ ਆਪਣੇ ਕ੍ਰੈਸ਼ਰਾਂ ਨੂੰ ਬਚਾਉਣ ਦੇ ਲਈ ਤੁਸੀਂ ਇਹ ਸਾਰਾ ਤਾਂ ਨਹੀਂ ਕਰਾ ਰਹੇ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਦੂਸਰਾ ਤੁਹਾਡਾ ਇੱਕ ਹੋਰ ਆਂਦਾ ਤੁਹਾਡੇ ਉੱਤੇ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਜਿਹੜੇ ਹੈ ਉਹ ਮੰਡਲ ਪ੍ਰਧਾਨ ਹੈਗੇ ਹੋ ਭਾਰਤੀ ਜਨਤਾ ਪਾਰਟੀ ਦੇ। ਇਹ ਵੀ ਚੀਜ਼ ਆਉਂਦੀ ਹੈ ਵੀ ਕਿਉਂਕਿ ਹੁਣ ਵੋਟਾਂ ਆ ਗਈਆਂ ਨੇ ਤੇ ਵੋਟਾਂ ਦੇ ਨੇੜੇ ਜਾ ਕੇ ਤੁਸੀਂ ਇਹ ਜਾਣਬੁੱਝ ਕੇ ਪਾਰਟੀ ਵੱਲੋਂ ਸਟੈਪ ਚੁੱਕਿਆ। ਬਿਲਕੁਲ, ਤੁਸੀਂ 2 ਸਵਾਲ ਕੀਤੇ ਆ, ਆਪਾਂ ਇੱਕ ਇੱਕ ਕਰਕੇ ਦੋਨਾਂ ਦਾ ਜਵਾਬ ਦੇਵਾਂਗੇ। ਸਭ ਤੋਂ ਪਹਿਲਾਂ ਤਾਂ ਮੇਰੇ ਕ੍ਰੈਸ਼ਰ ਦੀ ਗੱਲ। ਮੇਰਾ ਅਗੰਮਪੁਰ ਪਿੰਡ ਹੈ, ਜੱਦੀ ਪਿੰਡ ਹੈ, ਔਰ ਮੈਂ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ। ਜਿਸ ਜਗ੍ਹਾ ਇਹ ਰੋਪੜ ਦੀ ਆਪਣਾ ਕ੍ਰੈਸ਼ਰ ਦੀ ਬੈਲਟ ਹੈ ਉੱਥੇ ਮੇਰੀ ਕਰੀਬ 12 ਤੋਂ 15 ਕਿੱਲੇ ਜ਼ਮੀਨ ਦੇ। ਅਸੀਂ ਉੱਥੇ ਸਾਡੀ ਮੋਟਰ ਲੱਗੀ ਸੀ, ਅਸੀਂ ਵਧੀਆ ਪਾਈਪਲਾਈਨ ਵਿਛਾ ਕੇ ਉੱਥੇ ਖੇਤੀ ਕਰਦੇ ਹੁੰਦੇ ਸੀ ਤੇ ਸਾਡੇ ਆਲੇ ਦੁਆਲੇ ਕ੍ਰੈਸ਼ਰ ਲੱਗਣੇ ਸ਼ੁਰੂ ਹੋ ਗਏ। ਕ੍ਰੈਸ਼ਰ ਲੱਗਣੇ ਸ਼ੁਰੂ ਹੋਏ ਤਾਂ ਕ੍ਰੈਸ਼ਰ ਦੇ ਵਿੱਚ ਇੰਡਸਟਰੀ ਹੈ, ਇਹਦੇ ਵਿੱਚ ਧੂੜ ਮਿੱਟੀ ਕਾਫੀ ਉੱਡਦੀ, ਤੇ ਜਦੋਂ ਨਾਲ ਦਾ ਕ੍ਰੈਸ਼ਰ ਚੱਲਣਾ ਸਾਡੀ ਸਾਰੀ ਫਸਲ ਉੱਥੇ ਖਰਾਬ ਹੋ ਜਾਣੀ। ਅਸੀਂ ਬਾਰ-ਬਾਰ ਉਹਨਾਂ ਨਾਲ ਲੜਨਾ ਝਗੜਨਾ ਕਿ ਤੁਸੀਂ ਆਪਣਾ ਪਾਣੀ ਦਾ ਪ੍ਰਬੰਧ ਕਰੋ, ਤੁਹਾਡੀ ਮਿੱਟੀ ਸਾਡੇ ਖੇਤ 'ਚ ਆਉਂਦੀ ਹੈ, ਸਾਡੀ ਫਸਲ ਦਬ ਜਾਂਦੀ ਹੈ।
ਉਹਨਾਂ ਨੇ ਸਾਡੀ ਇੱਕ ਨਾ ਸੁਣੀ ਤੇ ਅਖੀਰ ਸਾਡੇ ਫਾਦਰ ਸਾਹਿਬ ਨੇ ਕਿਹਾ ਕਿ ਤੁਸੀਂ ਕਿਉਂ ਚੱਕਰ 'ਚ ਪਏ ਹੋ, ਤੁਸੀਂ ਵੀ ਇੱਕ ਕ੍ਰੈਸ਼ਰ ਲਗਾ ਲਓ। ਅਸੀਂ ਪ੍ਰੋਪਰ ਅਪਲਾਈ ਕੀਤਾ, ਕੰਸੈਂਟ ਟੂ ਆਪਰੇਟ ਮਾਈਨਿੰਗ ਪੋਲੂਸ਼ਨ ਡਿਪਾਰਟਮੈਂਟ ਤੋਂ ਲਈ, CLU ਕਰਾਈ, ਚੇਂਜ ਆਫ ਲੈਂਡ ਯੂਜ਼ ਕਰਾਇਆ, ਇੱਕ ਪ੍ਰੋਪਰ ਵਧੀਆ ਨਾਮ ਰੱਖ ਕੇ ਕ੍ਰੈਸ਼ਰ ਲਗਾ ਲਿਆ। ਤੇ ਕ੍ਰੈਸ਼ਰ ਲਗਾਉਣ ਤੋਂ ਬਾਅਦ ਜਦੋਂ ਅਸੀਂ ਇੱਕ ਕੰਟਰੈਕਟਰ ਕੋ ਅਪਰੋਚ ਕੀਤਾ ਤੇ ਉਸਨੇ ਸਾਨੂੰ ਕਿਹਾ ਕਿ ਮਾਈਨਿੰਗ ਤੁਸੀਂ ਖੁਦ ਹੀ ਕਰਨੀ ਹੈ, ਮੈਂ ਤਾਂ ਸਿਰਫ ਤੁਹਾਡੇ ਤੋਂ ਪੈਸੇ ਲੈਣੇ। ਓਕੇ, ਬੜਾ ਸ਼ੌਕ ਲੱਗਿਆ। ਤੇ ਕੁਝ ਸਮੇਂ ਤੱਕ ਬਈਹਾਰਾ ਖੱਡ ਦੇ ਵਿੱਚ ਇਸ ਤੋਂ ਪਹਿਲੇ ਠੇਕੇਦਾਰਾਂ ਨੇ ਕੰਡਾ ਵੀ ਲਗਾਇਆ ਸੀ, ਖੱਡ ਦੇ ਅੰਦਰ ਕੰਡਾ ਹੁੰਦਾ ਸੀ, ਪ੍ਰੋਪਰ ਪਰਚੀ ਵੀ ਦਿੰਦੇ ਸੀ ਜੀ। ਚਲੋ ਇੰਨਾ ਉਹਨਾਂ ਕੋਲ ਮਾਲ ਨਹੀਂ ਹੁੰਦਾ ਸੀ, ਉਹਦੇ ਕਰਕੇ ਉਹ 10 ਗੱਡੀਆਂ ਦੇ ਕੇ 5 ਦੀ ਪਰਚੀ ਦਿੰਦੇ ਸੀ। ਤੇ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀ। ਉਸ ਦਿੱਕਤਾਂ ਦੇ ਚਲਦੇ ਮੈਂ ਇਸ ਬਿਜ਼ਨਸ ਤੋਂ ਫੈਡ ਅਪ ਹੋਇਆ। ਮੈਂ ਆਪਣਾ 2017 ਦੇ ਵਿੱਚ ਜਦੋਂ ਰਕੇਸ਼ ਚੌਧਰੀ ਨਾਮ ਦਾ ਇੱਥੇ ਠੇਕੇਦਾਰ ਆਇਆ, ਇਸਨੇ ਕਿਸੇ ਬੰਦੇ ਨੂੰ ਕੋਈ ਪਰਚੀ ਨਹੀਂ ਦਿੱਤੀ, ਜਬਰਨ ਸਾਤੋਂ ਵੀ ਵਸੂਲੀ ਹੋਈ ਤੇ ਮੈਂ ਮਜਬੂਰਨ ਅੱਜ ਮੇਰੇ ਕ੍ਰੈਸ਼ਰ ਨੂੰ ਬੰਦ ਹੋਇਆ 4 ਸਾਲ ਹੋ ਚੁੱਕੇ ਨੇ ਤੇ ਮੈਂ ਨਹੀਂ ਚਲਾਉਣਾ ਚਾਹੁੰਦਾ। ਔਰ ਹਾਂ, ਮੇਰੀ ਇੰਡਸਟਰੀ ਨਾਲ ਪੂਰੀ ਮੈਂ ਜੁੜਿਆ ਹੋਇਆ, ਪਰ ਮੈਂ ਚਾਹਾਂਗਾ ਕਿ ਜੇ ਇਹੀ ਇੰਡਸਟਰੀ ਹਿਮਾਚਲ ਦੀ ਤਰਜ਼ ਤੇ ਚੱਲੇ ਤਾਂ ਇਹ ਇੱਕ ਸ਼ਾਹੀ ਬਿਜ਼ਨਸ ਹੈ, ਕਿਉਂਕਿ ਬਜਰੀ ਬਿਲਕੁਲ ਇੱਕ ਪਿਲਰ ਹੈ ਕਿ ਜੇ ਤੁਸੀਂ ਡਿਵੈਲਪਮੈਂਟ ਕਰਨੀ ਹੈ ਤਾਂ ਤੁਹਾਨੂੰ ਐਗਰੀਗੇਟ ਦੀ ਜ਼ਰੂਰਤ ਪੈਣੀ ਹੈ। ਇਹ ਕੋਈ ਨਸ਼ੇ ਦੀ ਤਰ੍ਹਾਂ ਨਹੀਂ ਆਪਾਂ ਇਹਨੂੰ ਲੈ ਸਕਦੇ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਹੈ। ਜਦੋਂ ਤੁਸੀਂ ਹੁਣ ਬੜੀਆਂ ਬਿਲਡਿੰਗਾਂ ਬਣ ਰਹੀਆਂ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਸਾਰਾ ਰੇਤਾ ਬਜਰੀ ਜਾ ਰਿਹਾ, ਬਿਨਾਂ ਰੇਤਾ ਬਜਰੀ ਤੋਂ ਤੁਸੀਂ ਇਮਾਰਤ ਖੜੀ ਨਹੀਂ ਕਰ ਸਕਦੇ। ਇਸ ਕਰਕੇ ਇਸ ਬਿਜ਼ਨਸ ਦਾ ਲੀਗਲਾਈਜ਼ ਹੋਣਾ ਜ਼ਰੂਰੀ ਹੈ। ਹਿਮਾਚਲ ਦੀ ਪਾਲਿਸੀ ਦੀ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਕਿ ਹਿਮਾਚਲ ਦੇ ਵਿੱਚ ਉਹਨਾਂ ਨੇ ਲੀਜ਼ ਸਿਸਟਮ ਰੱਖਿਆ ਹੈ ਕਿ ਕ੍ਰੈਸ਼ਰ ਓਨਰ ਕ੍ਰੈਸ਼ਰ ਲਗਾਵੇ, ਉਸ ਤੋਂ ਬਾਅਦ ਇੱਕ ਪ੍ਰੋਪਰ ਜ਼ਮੀਨ ਦੀ ਡਿਮਾਰਕੇਸ਼ਨ ਕਰਕੇ ਲੀਜ਼ ਕਰਾਵੇ ਤੇ ਉਹਦਾ ਮੁਆਵਜ਼ਾ ਸਰਕਾਰ ਨੂੰ ਜਮ੍ਹਾਂ ਕਰਾਵੇ। ਸਰਕਾਰ ਉਹਨੂੰ ਐਮ ਫਾਰਮ ਜਾਰੀ ਕਰਦੀ ਹੈ ਜੀ। ਉਸ ਐਮ ਫਾਰਮ ਦੇ ਅਗੇਂਸਟ ਉਹ 1 ਨੰਬਰ ਦੇ ਵਿੱਚ ਲੀਗਲ ਤਰੀਕੇ ਦੇ ਨਾਲ ਮਾਲ ਵੇਚਦਾ ਹੈ। ਸਰਕਾਰ ਉਸ ਤੋਂ ਬਿਜਲੀ ਦਾ ਬਿੱਲ ਉਹਦਾ ਕੰਪੇਅਰ ਕਰਦੀ ਹੈ ਕਿ ਕਿਤੇ ਉਸਨੇ ਮਾਲ ਜ਼ਿਆਦਾ ਤਾਂ ਨਹੀਂ ਵੇਚਿਆ ਤੇ ਬਿਲਕੁਲ ਅੱਛਾ ਬਿਜ਼ਨਸ ਚੱਲ ਰਿਹਾ। ਜਿਹੜੇ ਕ੍ਰੈਸ਼ਰ ਮਾਲਕ ਉੱਥੇ ਬੈਠੇ ਨੇ ਬੜੇ ਸੁਖੀ ਨੇ, ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਔਰ ਆਪਣੀ ਸੋਸ਼ਲ ਐਕਟੀਵਿਟੀਜ਼ ਵਿੱਚ ਵੀ ਯੋਗਦਾਨ ਦਿੰਦੇ ਨੇ। ਤੇ ਉਸ ਦੇ ਉਲਟ ਪੰਜਾਬ ਦੇ ਵਿੱਚ ਇਹ ਬਿਲਕੁਲ ਉਲਟ ਕੀਤਾ ਹੋਇਆ। ਠੇਕੇਦਾਰਾਂ ਦੇ ਹੱਥ ਦੇ ਵਿੱਚ ਕਮਾਂਡ ਹੋਣ ਕਾਰਨ ਕ੍ਰੈਸ਼ਰ ਮਾਲਕ ਪਿਸ ਰਿਹਾ, ਆਪਣੀਆਂ ਜੇਬਾਂ ਭਰ ਰਹੇ। ਮਤਲਬ ਇਹ ਸਿਰਫ ਤੇ ਸਿਰਫ ਇਲੀਗਲੀ ਜ਼ਿਆਦਾ ਹੈਗੇ, ਲੀਗਲ ਕੁਝ ਘੱਟ ਹੈਗੇ। ਦੂਸਰਾ ਸਵਾਲ ਸੀ ਤੁਹਾਡਾ ਕਿ ਮੈਂ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ। ਮੈਂ ਭਾਰਤੀ ਜਨਤਾ ਪਾਰਟੀ ਦਾ ਸਿਪਾਹੀ ਹਾਂ, ਮੈਂ ਸੰਗਠਨ ਦੇ ਲਈ ਕੰਮ ਕਰਦਾ ਹਾਂ ਔਰ ਕਰਦਾ ਰਹਾਂਗਾ। ਪਰ ਉਸ ਦੇ ਨਾਲ ਇੱਕ ਮੇਰੀ ਵੱਡੀ ਡਿਊਟੀ ਹੈ ਆਪਣੇ ਹਲਕੇ ਦੇ ਪ੍ਰਤੀ। ਮੇਰਾ ਹਲਕਾ ਅੱਜ ਮੈਂ ਇੱਕ ਜ਼ਿਮੀਂਦਾਰ ਵੀ ਹਾਂ, ਬੋਰਵੈਲ ਮੈਨੂੰ ਵੀ 2 ਕਰਾਣੇ ਪੈ ਗਏ ਕਿਉਂਕਿ ਕਿਸੇ ਸਮੇਂ 'ਚ ਸਾਡੇ ਹਲਕੇ ਦੇ ਵਿੱਚ ਜਿਹੜਾ ਪਾਣੀ ਸੀ ਉਹ 10 ਤੋਂ 15 ਫੁੱਟ, ਫਿਰ ਹੌਲੀ 20 ਫੁੱਟ ਤੇ ਚਲਾ ਗਿਆ ਤੇ ਅੱਜ 100 ਫੁੱਟ ਦੇ ਉੱਤੇ ਵੀ ਸਾਨੂੰ ਪਾਣੀ ਨਹੀਂ ਮਿਲ ਰਿਹਾ। ਸਮਰਸੀਬਲ ਬੋਰ ਸਾਨੂੰ ਕਰਾਣੇ ਪੈਂਦੇ ਆ, ਜੋ ਕਿ ਸਾਡੇ ਹਲਕੇ ਦੇ ਲਈ ਮੈਂ ਤਾਂ ਕਰਾ ਸਕਦਾ ਸਮਰੱਥ ਹਾਂ, ਪਰ ਜਿਸ ਕਿਸਾਨ ਕੋ 2 ਏਕੜ ਹੈ ਲੇਕਿਨ 4 ਲੱਖ ਰੁਪਈਆ ਬੋਰ ਕਰਾਉਣ ਲਈ ਨਹੀਂ ਹੈ, ਮੈਂ ਉਸ ਹਰ ਇੱਕ ਪਰਿਵਾਰ ਦੀ ਲੜਾਈ ਲੜ ਰਿਹਾ ਜੀ। ਬਿਲਕੁਲ ਸਹੀ ਗੱਲ ਹੈ ਤੇ ਇਸ ਲੜਾਈ ਨੂੰ ਮੈਂ ਅੱਗੇ ਵੀ ਜਾਰੀ ਰੱਖਾਂਗਾ। ਮੈਂ ਇਹ ਨਹੀਂ ਕਹਿੰਦਾ ਕਿ ਇੱਥੋਂ ਕ੍ਰੈਸ਼ਰ ਚਲੇ ਜਾਣ ਜਾਂ ਇੱਥੋਂ ਰਕੇਸ਼ ਚੌਧਰੀ ਵਰਗਾ ਠੇਕੇਦਾਰ ਚਲਾ ਜਾਏ। ਮੈਂ ਇਹ ਚਾਹੁੰਦਾ ਕਿ ਰਕੇਸ਼ ਚੌਧਰੀ ਜੋ ਉਹਦਾ ਟਿਕਾਣਾ ਸਰਕਾਰ ਨੇ ਉਹਨੂੰ ਦਿੱਤਾ ਹੈ, ਮੈਂ ਉਹਨੂੰ ਉੱਥੇ ਪਹੁੰਚਾਉਣਾ ਚਾਹੁੰਦਾ। ਉਹਨੂੰ ਖਮੇੜਾ ਟਿਕਾਣਾ ਮਿਲਿਆ ਹੈ, ਖਮੇੜੇ ਦੀ ਖੱਡ ਹੈ, ਉਹ ਖਮੇੜੇ ਭਜਾਵਾਂਗਾ, ਅਗੰਮਪੁਰ ਤੋਂ ਭਜਾਵਾਂਗਾ। ਇੱਕ ਗੱਲ ਹੋਰ ਆਉਂਦੀ ਹੈ ਵੀ ਇਹ ਅਸੀਂ ਲਗਭਗ 6-7 ਮਹੀਨੇ ਪਹਿਲਾਂ ਵੀ ਅਸੀਂ ਕਵਰੇਜ ਕੀਤੀ ਸੀ ਤਾਂ ਅਸੀਂ ਉਸ ਵਕਤ ਵੀ ਦਿਖਾਇਆ ਸੀ। ਤੁਹਾਡੇ ਪਿੰਡ ਦੇ ਨਾਲ ਹੀ ਹੈ ਗਰਾ ਪਿੰਡ। ਗਰੇ ਪਿੰਡ ਦੇ ਵਿੱਚ ਇੱਕ ਪੁੱਲਰ ਫਾਰਮ ਹੈ, ਉਸ ਫਾਰਮ ਹਾਊਸ ਦਾ ਅਸੀਂ ਹਾਲ ਦਿਖਾਇਆ ਸੀਗਾ ਵੀ ਜਿਸ ਜਗ੍ਹਾ ਦੇ ਉੱਤੇ 100 ਫੁੱਟ ਡੂੰਘੇ ਪੁਟਾਈ ਕਰਕੇ ਉੱਥੇ ਖੱਡੇ ਪਾ ਦਿੱਤੇ ਗਏ ਸੀਗੇ। ਹੋਰ ਵੀ ਅਸੀਂ ਬਹੁਤ ਜਗ੍ਹਾਵਾਂ ਦਿਖਾਈਆਂ ਸੀਗੀਆਂ। ਉਸ ਵਕਤ ਵੀ ਅਸੀਂ ਡਿਮਾਂਡ ਕੀਤੀ ਸੀ ਵੀ ਹਲਕੇ ਵਾਲੇ ਆਓ, ਅੱਗੇ ਆਓ ਤੇ ਇਹ ਸਾਰੀਆਂ ਚੀਜ਼ਾਂ ਨੂੰ ਕਰੋ। ਇਹ ਬਹੁਤ ਦੇਰ ਹੋ ਜਾਏਗੀ ਇਸ ਤੋਂ ਪਹਿਲਾਂ ਕਿ ਗਰਕ ਹੋ ਜਾਣ ਪਿੰਡਾਂ ਦੇ ਪਿੰਡ। ਪਾਣੀ ਤਾਂ ਗਰਕ ਹੋ ਗਿਆ, ਪਾਣੀ ਤਾਂ ਤੁਸੀਂ ਦੱਸਤਾ ਵੀ ਲੈਵਲ ਬਹੁਤ ਡਾਊਨ ਹੋ ਗਿਆ, ਲੇਕਿਨ ਆਉਣ ਵਾਲੇ ਸਮੇਂ 'ਚ ਇੱਕ ਬੜਾ ਭਿਅੰਕਰ ਜਿਹੜਾ ਸਾਨੂੰ ਸਾਹਮਣੇ ਦਿਖਾਈ ਦੇ ਰਿਹਾ, ਅਗਰ ਮਾਈਨਿੰਗ ਬੰਦ ਨਾ ਹੋਈ ਤਾਂ ਇਹ ਪਿੰਡਾਂ ਦੇ ਪਿੰਡ ਵਿੱਚ ਹੀ ਗਰਕ ਹੋ ਜਾਣਗੇ ਨਾਲ ਦੀ ਨਾਲ ਹੀ। ਕਿਸੇ ਦਾ ਘਰ ਨਹੀਂ ਰਹਿਣਾ, ਅਗੰਮਪੁਰ ਵੀ ਵਿੱਚ ਨਹੀਂ ਰਹੇਗਾ ਔਰ ਹੋ ਸਕਦਾ ਇਹ ਮਾਰ ਜਿਹੜੀ ਅੱਜ ਧਰਤੀ 'ਚੋਂ ਇੰਨੀ 100 200 ਫੁੱਟ ਪੁਟਾਈ ਹੋ ਰਹੀ ਹੈ ਅਨੰਦਪੁਰ ਸਾਹਿਬ ਤੱਕ ਵੀ ਪਹੁੰਚ ਜਾਵੇ, ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ। ਲੇਕਿਨ ਅਸੀਂ ਉਸ ਵਕਤ ਵੀ ਇਹ ਲੋਕਾਂ ਨੂੰ ਇਕੱਠੇ ਕਰ ਵੀ ਉਸ ਵਕਤ ਕਿਸੇ ਨੇ ਨਹੀਂ ਸੀ ਕਿਹਾ। ਉਸ ਵਕਤ ਸਭ ਕੁਝ ਗੱਲਾਂ ਇੱਥੇ ਖਤਮ ਹੋ ਗਿਆ ਸੀ। ਪਿੰਡ ਦਾ ਸਰਪੰਚ ਜਾਣੇ ਜੀ, ਪਿੰਡ ਦਾ ਇਹ ਜਾਣੇ, ਅਸੀਂ ਕੀ ਲੈਣਾ, ਇਹ ਕੋਈ ਦਿੱਕਤ ਨਹੀਂ ਹੈਗੀ। ਅੱਜ ਜਦੋਂ 4.5 ਸਾਲ ਪੌਣੇ ਮਤਲਬ 2 ਮਹੀਨੇ ਰਹਿ ਗਏ, 5 ਸਾਲ ਹੀ ਕਹਿ ਲਓ ਵੀ ਹੋਰ ਕਿਸੇ ਟਾਈਮ ਵੀ ਇਲੈਕਸ਼ਨ ਡਿਕਲੇਅਰ ਹੋ ਸਕਦੇ ਤੇ ਫਰਵਰੀ ਤੋਂ ਬਾਅਦ ਨਵੀਂ ਸਰਕਾਰ ਵੀ ਆ ਸਕਦੀ ਹੈ। ਇਹੋ ਜਿਹੇ ਮੰਚ ਇਕੱਠੇ ਕਰਨਾ, ਇਕੱਠੇ ਬਣਾਉਣਾ ਹੈ ਤਾਂ ਬਹੁਤ ਵਧੀਆ ਗੱਲ ਹੈ, ਜਾਗਰੂਕਤਾ ਵਾਲੀ ਗੱਲ ਹੈਗੀ ਹੈ। ਇਹਦੇ ਨੂੰ ਮੈਂ ਐਪਰੀਸ਼ੀਏਟ ਕਰਦਾ। ਇਹ ਨਹੀਂ ਗੱਲ ਦੇਰ ਆਏ ਦਰੁਸਤ ਆਏ, ਮੈਂ ਸ਼ੁਰੂਆਤ ਕੀਤੀ ਸੀ, ਲੇਕਿਨ ਮੈਂ ਕਹਿੰਦਾ ਵੀ ਇਹਨੂੰ ਆਪਾਂ ਪਹਿਲਾਂ ਕਿਉਂ ਨਹੀਂ ਚਾਲੂ ਕੀਤਾ।
ਕਿਆ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ਡ ਸੀਗਾ? ਕਿਆ ਡਰ ਸੀ ਕਿਸੇ ਵਿਅਕਤੀ ਵਿਸ਼ੇਸ਼ ਦਾ ਵੀ ਤੁਸੀਂ ਸ਼ੁਰੂ ਕਰੋਗੇ ਤੇ ਤੁਹਾਨੂੰ ਕਿਤੇ ਪਰਚੇ, ਕਿਉਂਕਿ ਸਾਡੇ ਇਲਾਕੇ 'ਚ ਹੁੰਦੇ ਰਹੇ ਆ ਵੀ ਨਜਾਇਜ਼ ਪਰਚੇ ਹੋ ਜਾਣਗੇ, ਕੁਝ ਅਜਿਹਾ ਡਰ ਸੀ ਲੋਕਾਂ ਦੇ, ਜਾਂ ਬਸ ਸਿਰਫ ਇੱਕ ਤਰ੍ਹਾਂ ਸੀ ਵਕਤ ਦੀ ਦੇਖ ਰਹੇ ਸੀ ਵੀ ਵਕਤ ਆਵੇ ਤੇ ਫਿਰ ਉਸ ਵਕਤ ਸ਼ੁਰੂ ਕਰਾਂਗੇ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਅਸੀਂ ਤਾਂ ਇਸ ਤੋਂ ਪਹਿਲਾਂ ਵੀ ਕਾਫੀ ਸੰਘਰਸ਼ ਲੜਦੇ ਰਹੇ ਹਾਂ, ਨਜਾਇਜ਼ ਮਾਈਨਿੰਗ ਦੇ ਖਿਲਾਫ ਵੀ ਬੋਲਦੇ ਰਹੇ ਹਾਂ। ਤੁਸੀਂ ਦੇਖਿਆ ਹੋਣਾ, ਮੈਂ ਤਾਂ ਇਸ ਤੋਂ ਪਹਿਲਾਂ ਵੀ ਇੱਕ ਦਿਨ ਸ਼ਿਕਾਇਤ ਖੁਦ ਕੀਤੀ ਸੀ ਕਿ ਪੁਲ ਦੇ ਨੇੜੇ ਮਾਈਨਿੰਗ ਹੁੰਦੀ ਹੈ। ਇੱਕ ਪੁਲ ਦੇ ਸਾਰਾ ਕੁਝ 15-20 ਦਿਨ 'ਚ ਹੀ ਹੋਇਆ ਨਾ? ਨਹੀਂ, ਬਿਲਕੁਲ ਨਹੀਂ। ਇਸ ਤੋਂ ਪਹਿਲਾਂ ਵੀ ਤੁਸੀਂ ਕਦੇ ਵੀ, ਮੈਂ ਇਸ ਉਹਦੇ ਲਈ ਕਹਿੰਦਾ ਹੈ ਕਿ ਅੱਜ ਤੋਂ 2 ਸਾਲ ਪਹਿਲਾਂ ਵੀ, ਪਿਛਲੇ ਸਾਲ ਵੀ ਮੈਂ ਲਗਾਤਾਰ ਇਸ ਗੱਲ ਤੇ ਬੋਲਦਾ ਰਿਹਾ, ਲੇਕਿਨ ਪ੍ਰਸ਼ਾਸਨ ਸਾਨੂੰ ਬਲਾਈਂਡ ਆਈਜ਼ ਦਿਖਾਉਂਦਾ ਹੈ। ਸਾਡੇ ਕਹੇ ਤੇ ਕੋਈ ਸੁਣਵਾਈ ਨਹੀਂ ਹੁੰਦੀ। ਅਸੀਂ ਥਾਣੇ ਜਾ ਕੇ ਰਿਪੋਰਟ ਲਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਲਿਖਣ ਵਾਲਾ ਨਹੀਂ। ਅਸੀਂ ਫੇਸਬੁੱਕ ਤੇ ਲਾਈਵ ਹੋ ਕੇ ਇਹ ਦਿਖਾਇਆ ਕਿ ਉੱਥੇ ਮਸ਼ੀਨਾਂ ਚੱਲ ਰਹੀਆਂ ਪੁਲ ਦੇ ਨੇੜੇ, ਲੇਕਿਨ ਸੁਣਨ ਵਾਲਾ ਨਹੀਂ। ਜਿਹੜੀ ਜਗ੍ਹਾ ਤੁਸੀਂ ਗੱਲ ਕਰਦੇ ਹੋ ਉੱਥੇ ਬਹੁਤ ਨਜਾਇਜ਼ ਮਾਈਨਿੰਗ ਹੋਈ ਹੈ, ਲੇਕਿਨ ਇਹ ਮੌਜੂਦਾ ਹੁਕਮਰਾਨ, ਸਾਡੇ ਹਲਕੇ ਦਾ ਹੁਕਮਰਾਨ ਹੈ ਰਾਣਾ ਕੇਪੀ, ਇੱਥੋਂ ਵਿਧਾਇਕ ਬਣਿਆ। ਉਹਨੇ ਬੜਾ ਠੋਕ ਕੇ ਕਹਿੰਦਾ ਹੁੰਦਾ ਸੀ, ਜਦੋਂ ਆਪਣਾ 2017 ਦੇ ਵਿੱਚ ਪ੍ਰਚਾਰ ਕਰਦਾ ਸੀ ਕਿ ਮੈਂ ਇੱਕ ਮੁੱਠੀ ਰੇਤੇ ਦੀ ਨਹੀਂ ਚੱਕਣ ਦੇਣੀ। ਉਹ ਕੌਣ ਲੋਕ ਨੇ ਜਿਹੜੇ ਕ੍ਰੈਸ਼ਰ ਵਾਲਿਆਂ ਤੋਂ 1-1 ਲੱਖ ਰੁਪਇਆ ਮਹੀਨਾ ਲੈਂਦੇ ਆ? ਮੈਂ ਉਹਨਾਂ ਤੋਂ ਇਸ SDTV ਪ੍ਰਾਈਮ ਦੇ ਮਾਧਿਅਮ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਉਹ ਭੁੱਲਰ ਫਾਰਮ ਦੇ ਵਿੱਚ ਇੰਨੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਔਰ ਰਾਇਲਟੀ ਵਾਲੇ ਆਪਣੇ ਕੰਡੇ ਛੱਡ ਕੇ ਖੱਡ ਦੇ ਵਿੱਚ ਬੈਠਣ ਦੀ ਬਜਾਏ ਰੋਡ ਦੇ ਉੱਤੇ ਵਸੂਲੀ ਕਰ ਰਹੇ ਨੇ। ਪਰ ਇਹ ਅੱਜ ਵੀ 10 ਦਿਨ ਤੋਂ ਡਰਾਮਾ ਚੱਲ ਰਿਹਾ, ਲੇਕਿਨ ਹਜੇ ਤੱਕ ਵੀ ਹਲਕੇ ਦੇ ਵਿਧਾਇਕ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਤੇ ਇਹਨਾਂ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈ। ਹੁਣ ਉਹ ਭੁੱਲਰ ਫਾਰਮ ਦੀ ਤੁਸੀਂ ਗੱਲ ਕੀਤੀ, ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਪ੍ਰੋਪਰ SDO ਲੱਗਿਆ ਇਸ ਕੰਮ ਵਾਸਤੇ, ਪੁਲਿਸ ਪ੍ਰਸ਼ਾਸਨ ਹੈ। ਪੁਲਿਸ ਪ੍ਰਸ਼ਾਸਨ ਦੀ ਇਹ ਡਿਊਟੀ ਹੈ। ਜੇ ਕੋਈ ਰੋਡ ਤੇ ਲੋਕਡਾਊਨ ਦੇ ਦੌਰਾਨ ਤੁਸੀਂ ਅਨੰਦਪੁਰ ਸਾਹਿਬ ਥਾਣੇ ਦਾ ਰਿਕਾਰਡ ਕੱਢ ਕੇ ਦੇਖ ਲਓ, ਜਿਹੜਾ ਕੋਈ ਘਰ ਤੋਂ ਜ਼ਰੂਰੀ ਕੰਮ ਲਈ ਵੀ ਬਾਹਰ ਨਿਕਲਿਆ, ਉਹਦੇ ਤੇ ਵੀ 188 ਦਾ 279 80 ਬਿਮਾਰੀ ਫੈਲਾਉਣ ਦੇ ਡਰ ਦੇ ਪਰਚੇ ਦਰਜ ਹੈ। ਪਰ ਇੱਥੇ ਵੱਡੀਆਂ ਮਸ਼ੀਨਾਂ ਚੱਲ ਰਹੀਆਂ, ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਤਾਂ ਜ਼ਿੰਮੇਵਾਰ ਹੈ। ਔਰ ਪ੍ਰਸ਼ਾਸਨ ਕੀ ਕਰੇ? ਪ੍ਰਸ਼ਾਸਨ ਨੂੰ ਉੱਪਰੋਂ ਦਬਾਅ ਹੈ, ਕਿਉਂਕਿ ਹਿੱਸਾ ਤਾਂ ਦੋਨਾਂ ਦਾ ਇਕੱਠਾ ਹੈ। ਜਿੰਨਾ ਚੌਧਰੀ ਇਕੱਠਾ ਕਰੇਗਾ ਉਸ ਦੇ ਵਿੱਚ ਤਾਂ ਹੀ ਹਿੱਸਾ ਪਏਗਾ। ਜੇ ਚੌਧਰੀ ਕੋਲ 10 ਰੁਪਏ ਤਾਂ ਉਹ ਆਪਣੀ ਜੇਬ ਚੋਂ ਤਾਂ ਪਾਏਗਾ ਨਹੀਂ, ਉਹ ਤਾਂ 10 ਰੁਪਏ ਨਾਲ ਵੰਡ ਪਾਏਗਾ। ਜੇ ਚੌਧਰੀ ਕੋਲ 1000 ਰੁਪਏ ਹੈ ਤਾਂ 1000 ਦੀ ਪਏਗੀ, ਜੇ 10 ਕਰੋੜ ਹੈ ਤਾਂ 10 ਕਰੋੜ ਦੀ ਪਏਗੀ। ਤੁਸੀਂ ਸਾਫ਼ ਸਮਝਦੇ ਹੋ ਕਿ ਪ੍ਰਸ਼ਾਸਨ ਮਜਬੂਰ ਹੈ, ਹਲਕੇ ਦੇ ਹੁਕਮਰਾਨ ਆਪਣੀਆਂ ਜੇਬਾਂ ਭਰ ਰਹੇ ਨੇ ਔਰ ਉਹਨਾਂ ਨੂੰ ਜੇਬਾਂ ਭਰਨ ਤੋਂ ਆਮ ਜਨਤਾ ਰੋਕਣ ਲਈ ਲਾਮਬੰਦ ਹੋ ਰਹੀ ਹੈ। ਕੱਲ ਜੋ ਧਰਨਾ ਇੱਕ ਛੋਟੇ ਜਿਹੇ ਸੁਨੇਹੇ ਤੇ, ਕਿਉਂਕਿ ਇਹ ਜਿਹੜੀ ਹਰਾ ਭਰਾ ਪੰਜਾਬ ਅਸੀਂ ਸੰਸਥਾ ਬਣਾਈ ਹੈ, ਉਸ ਦੇ ਇੱਕ ਛੋਟੇ ਜਿਹੇ ਸੁਨੇਹੇ ਤੇ ਤੁਸੀਂ ਕੱਲ ਇਕੱਠ ਦੇਖਿਆ ਕਿ ਕਿਵੇਂ ਲੋਕਾਂ ਨੇ ਆ ਕੇ, ਸਰਪੰਚਾਂ ਨੇ ਆਪਣੀਆਂ ਦਿੱਕਤਾਂ ਰੱਖੀਆਂ। ਤੇ ਮੈਂ ਸਮਝਦਾ ਵੀ ਦੇਰੀ ਨਹੀਂ, ਕਹਿੰਦੇ ਹੁੰਦੇ ਵੀ ਜਦੋਂ ਬੰਦਾ ਜਾਗੇ ਉਦੋਂ ਹੀ ਸਵੇਰਾ ਹੁੰਦਾ। ਜੇ ਹੁਣ ਵੀ ਅਸੀਂ ਲਾਮਬੰਦ ਹੋ ਜਾਈਏ ਤੇ ਕਿਤੇ ਨਾ ਕਿਤੇ ਇਹਨਾਂ ਦਾ ਖਾਦਾ ਹੋਇਆ ਮਾਲ ਵੀ ਅਸੀਂ ਝਾੜ ਲਾਂਗੇ, ਕਿਉਂਕਿ ਗਵਰਨਮੈਂਟ ਦੇ ਬਹੁਤ ਵੱਡੇ ਅਦਾਰੇ ਆ। ਅਸੀਂ ਹੁਣ ਇਸ ਦੇ ਵਿੱਚ ਇੱਕ ਤਾਂ ਹਾਈ ਕੋਰਟ ਜਾ ਰਹੇ ਹਾਂ ਜੀ ਕਿ ਰਾਕੇਸ਼ ਚੌਧਰੀ ਪਾਲਿਸੀ ਨੂੰ ਦਰਕਨਾਰ ਕਰਕੇ ਗਲਤ ਤਰੀਕੇ ਦੇ ਨਾਲ ਵਸੂਲੀ ਕਰ ਰਿਹਾ। ਦੂਸਰਾ, ਅਸੀਂ ਆਪਣੇ ਗ੍ਰਹਿ ਮੰਤਰਾਲੇ ਕੋ ਜਾ ਰਹੇ ਹਾਂ ਕਿ ਜਿਹੜਾ ਰਾਕੇਸ਼ ਚੌਧਰੀ ਹੈ, ਇਹਨੇ 11 ਖੱਡਾਂ ਦੀ ਬਜਾਏ 1000 ਆਪਣਾ 100 ਖੱਡਾਂ ਦੇ ਵਿੱਚ ਮਾਈਨਿੰਗ ਕੀਤੀ ਹੈ ਔਰ ਮੌਕੇ ਦੇ ਹੁਕਮਰਾਨਾਂ ਨਾਲ ਮਿਲ ਕੇ ਕੀਤੀ ਹੈ। ਉੱਥੇ KCD ਨੂੰ ਮਾਰਕ ਹੋਵੇ ਜਾਂ CBI ਨੂੰ ਮਾਰਕ ਹੋਵੇ, ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਇਹ ਕੇਸ CBI ਨੂੰ ਜਾਂ ED ਨੂੰ ਦਿੱਤਾ ਜਾਏ ਕਿ ਇਹ ਇੱਥੇ ਤੋਂ ਇੰਨਾ ਹਜ਼ਾਰਾਂ ਕਰੋੜ, ਮੇਰੇ ਕੋਲ ਡਾਟਾ ਹੈ, ਜੇ ਤੁਸੀਂ ਦੇਖਣਾ ਚਾਹੋਗੇ ਤਾਂ ਇੱਕ ਦਿਨ ਦੀ ਕਰੋੜਾਂ ਦੇ ਵਿੱਚ ਕਲੈਕਸ਼ਨ। ਬਿਲਕੁਲ। ਔਰ ਮੇਰੇ ਕੋਲ ਇਹ ਵੀ ਪ੍ਰੂਫ ਹੈ ਕਿ ਰਾਕੇਸ਼ ਚੌਧਰੀ ਨਾਮ ਦਾ ਠੇਕੇਦਾਰ, ਜਿਹਨੂੰ ਕੱਚੇ ਮਾਲ ਦਾ ਕੰਮ ਕਰਨ ਦਾ ਅਧਿਕਾਰ ਹੈ, ਉਹ ਸਟੋਨ ਡਸਟ ਵਰਗੀਆਂ ਉਹਦੀਆਂ ਪਰਚੀਆਂ ਹੈ, ਉਹਦਾ ਨਾਮ ਹੈ, ਸਾਰਾ ਟ੍ਰੇਡ ਸਲਿਪਸ ਹੈ। ਮੈਂ ਤੁਹਾਡੇ ਬਿਲਕੁਲ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜਿਹੜਾ ਹੈ ਸਾਰਾ ਦਿਖਾ ਰਹੇ ਹਾਂ ਸਕਰੀਨ ਦੇ ਉੱਤੇ, ਵੀ ਜਿਸ ਤਰ੍ਹਾਂ ਇਹਨਾਂ ਕੋਲ ਜੋ ਡਾਟਾ ਹੈ ਸਕਰੀਨ ਦੇ ਉੱਤੇ ਸਾਡੇ ਦਰਸ਼ਕ ਦੇਖ ਸਕਦੇ ਨੇ। ਲੇਕਿਨ ਇਹ ਸਾਰੇ ਦਿਖਾਉਣ ਦੇ ਬਾਅਦ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਵੀ ਹੁਣ ਤੁਹਾਡੀ ਅਗਲੀ ਸਟ੍ਰੈਟਜੀ ਕੀ ਹੈ? ਕਿਉਂਕਿ ਇਲੈਕਸ਼ਨ ਕਦੀ ਵੀ ਡਿਕਲੇਅਰ ਹੋ ਸਕਦੇ ਆ, ਉਸ ਤੋਂ ਬਾਅਦ ਇੱਕ ਕੋਡ ਆਫ ਕੰਡਕਟ ਲੱਗ ਜਾਏਗਾ, ਇਹ ਸਰਕਾਰੀ ਜਿਹੜੇ ਲੋਲੀਪੌਪ ਹੈ ਉਹ ਤਾਂ ਬੰਦ ਹੋ ਜਾਣਗੇ। ਲੇਕਿਨ ਜਾਗਰੂਕਤਾ ਤੁਸੀਂ ਫੈਲਾਓ। ਤੁਸੀਂ ਬਹੁਤ ਵਧੀਆ ਇੱਕ ਮੰਚ ਤਿਆਰ ਕੀਤਾ ਹੈ, ਹਰਾ ਭਰਾ, ਜੋ ਤੁਸੀਂ ਆਪਣਾ ਸੁਸਾਇਟੀ ਬਣਾਈ ਹੈ, ਕਲੱਬ ਬਣਾਇਆ, ਹਰਾ ਭਰਾ ਪੰਜਾਬ ਬਣਾਇਆ। ਇਸ ਤਰ੍ਹਾਂ ਦੀ ਇੱਥੇ ਇਲਾਕਾ ਸੰਘਰਸ਼ ਕਮੇਟੀ ਵੀ ਬਣੀ ਹੋਈ ਹੈ। ਜੇ ਅਸੀਂ ਉੱਧਰ ਸਰਾਵਤਨ ਵੱਲ ਜਾ ਕੇ ਆਈਏ ਵੀ ਉੱਧਰ ਉਹ ਬੜਿਆ ਜ਼ੋਰ ਨਾਲ ਮੁਹਿੰਮ ਸ਼ੁਰੂ ਕਰ ਰਹੇ। ਇਸੇ ਤਰ੍ਹਾਂ ਨੂਰਪੁਰ ਬੇਦੀ ਦੇ ਵਿੱਚ ਵੀ ਇੱਕ ਮਾਈਨਿੰਗ ਦੇ ਖਿਲਾਫ ਜਿਹੜੀ ਹੈ ਉਹ ਸੰਘਰਸ਼ ਕਮੇਟੀ ਬਣੀ ਹੋਈ ਹੈ। ਇਹ ਮਿਲ ਕੇ ਕੋਈ ਐਸੀ ਸਟ੍ਰੈਟਜੀ ਬਣਾਓਗੇ ਕਿ ਕਮ ਸੇ ਕਮ ਹਲਕੇ ਨੂੰ ਇਹ ਨਜਾਇਜ਼ ਮਾਈਨਿੰਗ ਤੋਂ, ਇਹ ਗੁੰਡਾਵਰਜੀ ਤੋਂ ਰਾਹਤ ਮਿਲ ਸਕੇ? ਬਿਲਕੁਲ ਡਾਵਰਾ ਸਾਹਿਬ, ਤੁਸੀਂ ਦੇਖਿਆ ਕੱਲ ਵੀ ਉੱਥੇ ਕੋਈ ਸਿਆਸੀ ਮੰਚ ਨਹੀਂ ਤਿਆਰ ਹੋਇਆ। ਉੱਥੇ ਕੱਲ ਵੀ ਹਲਕੇ ਦੇ ਲੋਕ ਸੀ, ਹਲਕੇ ਨੂੰ ਪਿਆਰ ਕਰਨ ਵਾਲੇ ਲੋਕ ਸੀ। ਕੱਲ ਤੁਸੀਂ ਦੇਖਿਆ ਉਹ ਉਸੇ ਸਟੇਜ ਤੇ ਡਾਕਟਰ ਅਛਰ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ। ਉਹਨਾਂ ਨੇ ਵੀ ਸਾਫ਼ ਕਿਹਾ ਕਿ ਜੇ ਮੇਰੀ ਪਾਰਟੀ ਦਾ ਕੋਈ ਵਿਧਾਇਕ ਗੜਬੜ ਕਰ ਰਿਹਾ ਤਾਂ ਮੈਂ ਉਸ ਦੇ ਨਾਲ ਨਹੀਂ, ਮੈਂ ਆਪਣੇ ਹਲਕੇ ਦੇ ਨਾਲ।
ਇਲਾਕਾ ਸੰਘਰਸ਼ ਕਮੇਟੀ ਤੋਂ ਕਾਫੀ ਬੰਦੇ ਜਿਹੜੇ ਦਿੱਲੀ ਕਿਸਾਨੀ ਸੰਘਰਸ਼ ਦੇ ਵਿੱਚ ਲੜਦੇ ਰਹੇ, ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ। ਕਾਫੀ ਸਰਪੰਚ, ਮੇਰੇ ਹਿਸਾਬ ਨਾਲ 8 ਤੋਂ 10 ਸਰਪੰਚਾਂ ਨੇ, ਇੱਕ ਮਨੋਹਰ ਲਾਲ ਖਮੇੜਾ ਜੀ ਜਿਨ੍ਹਾਂ ਨੇ ਆਪਣੀ ਖੱਡ ਦੇ ਵਿੱਚ ਮਾਈਨਿੰਗ ਤੇ ਰੋਕ ਲਗਵਾਈ, ਉਸ ਤੋਂ ਬਾਅਦ ਕਾਫੀ ਸਰਪੰਚਾਂ ਨੇ ਇਸ ਮੰਚ ਨੂੰ ਸਾਂਝਾ ਕੀਤਾ। ਔਰ ਸਾਡਾ ਇਹੀ ਕੋਸ਼ਿਸ਼ ਹੈ ਕਿ ਜਿੰਨੀਆਂ ਵੀ ਪਹਿਲਾਂ ਇੱਥੇ ਸੰਘਰਸ਼ ਕਮੇਟੀਆਂ ਬਣੀਆਂ, ਇੱਕ ਸਰਪੰਚ ਸਾਹਿਬ ਜਿਨ੍ਹਾਂ ਨੇ ਇਲਾਕਾ ਸੰਘਰਸ਼ ਕਮੇਟੀ ਡੂਮੇਵਾਲ ਬਣਾਈ ਸੀ, ਉਹਨਾਂ ਨੇ ਵੀ ਕਿਹਾ ਕਿ ਕਿਤੇ ਨਾ ਕਿਤੇ ਸਾਡੀ ਮੈਨ ਪਾਵਰ ਘਟਦੀ ਚਲੀ ਗਈ, ਜਿਸ ਕਾਰਨ ਅਸੀਂ ਇਸ ਸੰਘਰਸ਼ ਨੂੰ ਕੈਰੀ ਔਨ ਨਹੀਂ ਕਰ ਸਕੇ। ਅਸੀਂ ਉਹਨਾਂ ਨਾਲ ਵੀ ਰਾਬਤਾ ਕਾਇਮ ਕੀਤਾ ਤੇ ਅਸੀਂ ਬਿਲਕੁਲ ਰਲ ਕੇ ਹਲਕੇ ਦੀ ਆਵਾਜ਼ ਬਣਾਂਗੇ। ਇਸ ਹਲਕੇ ਦੇ ਵਿੱਚੋਂ ਸਿਰਫ ਅਸੀਂ ਚਾਹੁੰਦੇ ਹਾਂ ਇੰਡਸਟਰੀ ਆਵੇ। ਦੇਖੋ, ਇੰਡਸਟਰੀ ਵਿਕਾਸ ਦਾ ਇੱਕ ਦੁਆਰ ਹੈ। ਜੇ ਇੰਡਸਟਰੀ ਨਹੀਂ ਹੋਊਗੀ ਤਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ। ਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਇੰਡਸਟਰੀ ਆਵੇ, ਲੇਕਿਨ ਉਹ ਆਪਣੀ ਮਰਿਆਦਾ 'ਚ ਰਹਿ ਕੇ ਕੰਮ ਕਰੇ। ਇਹ ਨਹੀਂ ਹੈ ਕਿ ਤੁਸੀਂ ਹਲਕੇ ਨੂੰ ਹੀ ਉਜਾੜ ਦਿਓ, ਤੁਸੀਂ ਫਲ ਖਾਓ, ਲੇਕਿਨ ਇਹ ਨਹੀਂ ਹੈ ਕਿ ਤੁਸੀਂ ਪੂਰੀ ਵਾਟਿਕਾ ਉਜਾੜ ਦਿਓ। ਤੇ ਜਿਸ ਤਰੀਕੇ ਨਾਲ ਹੁਣ ਕ੍ਰੈਸ਼ਰ ਇੰਡਸਟਰੀ ਚੱਲ ਰਹੀ ਹੈ, ਉਸ ਤਰੀਕੇ ਦੇ ਨਾਲ ਇਹ ਸਾਡੇ ਪਰਿਆਵਰਣ ਨੂੰ, ਸਾਡੇ ਹਲਕੇ ਨੂੰ ਨੁਕਸਾਨ ਪਹੁੰਚਾ ਰਹੀ ਹੈ ਤੇ ਇਸ ਨੂੰ ਨੱਥ ਪਾਣਾ ਬਹੁਤ ਜ਼ਰੂਰੀ ਹੈ। ਔਰ ਸਾਰਿਆਂ ਨੂੰ ਲਾਮਬੰਦ ਹੋ ਕੇ, ਕਿਸੇ ਵੀ ਪਾਰਟੀ ਦਾ ਕੋਈ ਹੋਵੇ, ਚਾਹੇ ਕਾਂਗਰਸ ਦਾ, ਚਾਹੇ ਬੀਜੇਪੀ ਦਾ, ਚਾਹੇ ਅਕਾਲੀ ਦਲ ਦਾ, ਚਾਹੇ ਕੋਈ ਹੁਣ ਨਵੇਂ ਕਿਸਾਨੀ ਸੰਘਰਸ਼ 'ਚੋਂ ਉੱਠੇ ਲੀਡਰ ਹੈ, ਮੇਰਾ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ, ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਉਹ ਸਾਰੇ ਇੱਕ ਮੰਚ ਤੇ ਆਣ। ਜਦੋਂ ਇਲੈਕਸ਼ਨ ਆਊਗਾ ਤੁਸੀਂ ਆਪਣੀ ਆਪਣੀ ਵਿਚਾਰਧਾਰਾ ਨੂੰ ਸਾਹਮਣੇ ਲੈ ਕੇ ਆਓ, ਪਰ ਹਲਕੇ ਦੇ ਮੁੱਦਿਆਂ ਦੇ ਲਈ ਇੱਕ ਮੰਚ ਤੇ। ਸੋ ਅਸੀਂ ਵੀ ਉਮੀਦ ਕਰਾਂਗੇ ਕਿ ਹਲਕਾ ਸਾਰਾ ਕਮ ਸੇ ਕਮ ਜੇ ਹੋਰ ਕਿਸੇ ਇਸ਼ੂ ਤੇ ਨਹੀਂ ਤਾਂ ਮਾਈਨਿੰਗ ਵਰਗੇ ਇਸ਼ੂ ਦੇ ਉੱਤੇ ਤਾਂ ਇਕਜੁੱਟ ਹੋ ਕੇ ਅਜਿਹੀ ਲੜਾਈ ਲੜੇ। ਤਾਂ ਦੋਸਤੋ, ਐਸਾ ਕੋਈ ਕਾਰਨ ਨਹੀਂ ਹੈ ਕਿ ਜੇ ਅਸੀਂ ਇਕੱਠੇ ਹੋ ਕੇ ਲੜਾਈ ਲੜ ਕੇ ਨਰਿੰਦਰ ਮੋਦੀ ਵਰਗੇ ਇਨਸਾਨ ਨੂੰ ਝੁਕਾ ਕੇ 3 ਕਿਸਾਨੀ ਬਿੱਲਾਂ ਨੂੰ ਰੱਦ ਕਰਾ ਸਕਦੇ ਹਾਂ, ਤਾਂ ਮੈਂ ਨਹੀਂ ਸਮਝਦਾ ਕਿ ਇਲਾਕੇ ਦੇ ਵਿੱਚੋਂ ਨਜਾਇਜ਼ ਮਾਈਨਿੰਗ ਨੂੰ ਅਸੀਂ ਬੰਦ ਨਹੀਂ ਕਰਾ ਸਕਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਚੰਦੇਲ ਸਾਹਿਬ। ਦੋਸਤੋ, ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਂਦੇ ਹਾਂ ਆਗਿਆ ਲੈਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਦੋਸਤੋ, ਜਿਨ੍ਹਾਂ ਨੇ ਅਜੇ ਤੱਕ ਐਸਡੀ ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਨਾ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਇਸੇ ਤਰ੍ਹਾਂ ਹੀ ਅਸੀਂ ਹੋਰ ਪ੍ਰੋਗਰਾਮ ਤੇ ਨਾਲ ਹੀ ਇੱਕ ਨਵਾਂ ਪ੍ਰੋਗਰਾਮ ਚੋਣ ਸਰਗਰਮੀਆਂ ਉਹ ਲੈ ਕੇ ਤੁਹਾਡੇ ਰੂਬਰੂ ਬਹੁਤ ਜਲਦੀ ਹਾਜ਼ਰ ਹੋਵਾਂਗੇ। ਫਿਲਹਾਲ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਵਰਾਂ ਦੇ ਇਜਾਜ਼ਤ। ਬਹੁਤ ਬਹੁਤ ਧੰਨਵਾਦ।